ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਾਂ ਸਾਰੀਆਂ ਸੰਗਤਾਂ ਮਿਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੱਖਣੀ ਓਂਕਾਰ ਦਾ ਵਿਚਾਰ ਕਈ ਦਿਨਾਂ ਤੋਂ ਕਰ ਰਹੇ ਹਾਂ। ਅੱਜ ਆਪਾਂ ਵਿਚਾਰ ਕਰਦੇ ਹਾਂ ਸਾਧ ਸੰਗਤ ਜੀ 37ਵੀਂ ਪੌੜੀ। ਇਸ ਦੇ ਵਿੱਚ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਹੈ, ਕੀ ਵਿਚਾਰ ਸਮਝਾਉਂਦੇ ਹੈ, ਆਓ ਆਪਾਂ ਵਿਚਾਰ ਕਰਦੇ ਹਾਂ। ਗੁਰੂ ਸਾਨੂੰ ਕੀ ਬਖਸ਼ਿਸ਼ਾਂ ਦਿੰਦੇ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਨਾਨਾ ਕਰਤ ਨਾ ਛੂਟੀਐ, ਬਿਨ ਗੁਣ ਜਮਪੁਰ ਜਾਹੇ, ਨਾ ਤਿਸ ਏ ਨਾ ਉਹ ਹੈ, ਅਵਗੁਣ ਫਿਰ ਪਛਤਾਹ, ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਤਿਸ ਧਰਮ ਧਿਆਨ, ਬਿਨ ਨਾਵੇ ਨਿਰਭਉ ਕਹਾਂ, ਕਿਆ ਜਾਣਾ ਅਭਿਮਾਨ, ਥਾਕ ਰਹੀ ਕਿਵ ਅਪੜਾ, ਹਾਥ ਨਹੀਂ ਨਾ ਪਾਰ, ਨਾ ਸਾਜਣ ਸੇ ਰੰਗਲੇ, ਕਿਸ ਪੈ ਕਰੀ ਪੁਕਾਰ, ਨਾਨਕ ਪਿਰੋ ਪਿਰੋ ਜੇ ਕਰੀ, ਮੇਲੇ ਮੇਲਣ ਹਾਰ, ਜਿਨ ਵਿਛੋੜੀ ਸੋ ਮੇਲ ਸੀ, ਗੁਰ ਕੈ ਹੇਤ ਅਪਾਰ। ਵਾਹਿਗੁਰੂ। ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪੌੜੀ ਦੇ ਵਿੱਚ ਸਾਨੂੰ ਇਹ ਬਖਸ਼ਿਸ਼ ਕਰਦੇ ਆ, ਭਾਈ ਗੁਰਮੁਖ ਪਿਆਰਿਓ, ਨਾਨਾ ਕਰਤ ਨ ਛੂਟੀਐ, ਬਿਨ ਗੁਣ ਜਮਪੁਰ ਜਾਹੇ। ਨਾਨਾ ਅਨੇਕ ਕਰਮ, ਨਾਨਾ ਕਰਤ ਨ ਛੂਟੀਐ, ਅਨੇਕ ਕਰਮ ਕਰਦੇ ਹੋਏ ਅਸੀਂ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕਦੇ, ਔਰ ਅਸੀਂ ਜਮਾਂ ਦੀ ਮਾਰ ਜਿਹੜੀ ਸਾਨੂੰ ਕਰਮ ਦੋਸ਼ ਸਾਡੇ ਲੱਗਣੇ ਹੈ, 84 ਲੱਖ ਜੂਨੀਆਂ ਦਾ ਭੋਗ ਜਿਹੜਾ ਲੱਗਣਾ, ਉਸ ਤੋਂ ਅਸੀਂ ਛੁੱਟ ਨਹੀਂ ਸਕਦੇ ਕਦੇ। ਗੁਰੂ ਸਾਹਿਬ ਕਹਿੰਦੇ ਆ ਵੀ ਬਿਨ ਗੁਣਾਂ ਦੇ, ਕਿਉਂਕਿ ਗੁਣ ਜਿਸ ਰੂਹ ਨੇ ਧਾਰਨ ਨਹੀਂ ਕੀਤੇ ਉਹ ਹਮੇਸ਼ਾ ਹੀ ਜਮਾਂ ਦੇ ਰਾਹ 'ਤੇ ਜਾਂਦੀ ਹੈ, ਔਰ ਜਮ ਉਸ ਨੂੰ ਲਿਜਾ ਕੇ ਨਰਕ ਦੇ ਵਿੱਚ ਸੁੱਟਦੇ, ਜਮਪੁਰ ਨਰਕ ਦੇ ਵਿੱਚ ਸੁੱਟ ਦਿੰਦੇ। ਨਾ ਤਿਸ ਇਹ ਨਾ ਉਹ ਹੈ, ਅਵਗੁਣ ਫਿਰ ਪਛਤਾਹੇ। ਐਸੀ ਰੂਹ ਜਿਹੜੀ ਹੈ, ਨਾ ਤਾਂ ਇਸ ਸੰਸਾਰ ਦੇ ਵਿੱਚ ਉਸ ਨੂੰ ਮਾਣ ਮਿਲਦਾ ਹੈ, ਔਰ ਨਾ ਹੀ ਉਸ ਪਰਲੋਕ ਦੇ ਵਿੱਚ, ਲੋਕ ਦੇ ਵਿੱਚ ਵੀ ਨਹੀਂ ਅਤੇ ਪਰਲੋਕ ਦੇ ਵਿੱਚ ਵੀ ਨਹੀਂ, ਇਸ ਨੂੰ ਕਿਤੇ ਵੀ ਮਾਣ ਨਹੀਂ ਫਿਰ ਮਿਲਦਾ। ਇਹ ਅਵਗੁਣਾਂ ਦੇ ਵਿੱਚ ਹੀ ਫਿਰਦੀ ਰਹਿੰਦੀ ਹੈ, ਅਵਗੁਣ ਹੀ ਖੱਟਦੀ ਰਹਿੰਦੀ, ਸਾਰੀ ਉਮਰ ਪਾਪ ਕਰਮ ਹੀ ਕਰਦੀ ਰਹਿੰਦੀ, ਸਾਰੀ ਉਮਰ ਗੰਦੇ ਕਰਮ ਹੀ ਕਰਦੀ ਰਹਿੰਦੀ ਹੈ, ਗਲਤ ਕਰਮ ਕਰਦੀ ਰਹਿੰਦੀ ਹੈ, ਗਲਤ ਵਿਚਾਰਾਂ ਸੋਚਦੀ ਰਹਿੰਦੀ ਹੈ। ਇਹ ਕਦੇ ਪਰਮਾਤਮਾ ਦੇ ਰਸਤੇ ਵੱਲ ਨਹੀਂ ਜਾਂਦੀ। ਫਿਰ ਇਹ ਪਛਤਾਉਂਦੀ ਵੀ ਹੈ, ਅਵਗੁਣ ਕਰਕੇ ਪਛਤਾਉਂਦੀ ਹੈ। ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਇਹਨੂੰ ਭਾਈ ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਤਿਸ ਧਰਮ ਧਿਆਨ, ਨਾ ਤਾਂ ਇਹਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸਾਰੀ ਜ਼ਿੰਦਗੀ, ਨਾ ਇਸ ਦਾ ਧਿਆਨ ਜਿਹੜਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਦੇ ਲੱਗਦਾ, ਅਤੇ ਨਾ ਇਸ ਨੂੰ ਇਹ ਪਤਾ ਲੱਗਦਾ ਕਿ ਧਰਮ ਕੀ ਚੀਜ਼ ਹੈ, ਔਰ ਧਰਮ ਦਾ ਧਿਆਨ ਕੀ ਚੀਜ਼ ਹੁੰਦੀ ਹੈ, ਧਰਮ ਦਾ ਧਿਆਨ ਕਿਵੇਂ ਧਰਿਆ ਜਾਂਦਾ, ਕਿਵੇਂ ਕਰਿਆ ਜਾਂਦਾ। ਕਹਿੰਦੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਬਿਨ ਨਾਵੇ ਨਿਰਭਉ ਕਹਾਂ, ਕਿਆ ਜਾਣਾ ਅਭਿਮਾਨ। ਬਿਨਾਂ ਨਾਮ ਤੋਂ ਕਹਿੰਦੇ ਵੀ ਇਹ ਰੂਹ ਨੂੰ ਕੀ ਪਤਾ ਲੱਗਦਾ ਹੈ, ਇਹ ਕਿਵੇਂ ਨਿਰਭਉ ਹੋ ਸਕਦੀ ਹੈ। ਕਹਿੰਦੇ ਵੀ ਇਹ ਅਭਿਮਾਨ ਦੇ ਵਿੱਚ ਹੀ ਫਿਰਦੀ ਰਹਿੰਦੀ ਹੈ, ਇਹਨੂੰ ਕੋਈ ਪਤਾ ਨਹੀਂ ਲੱਗਦਾ, ਇਹ ਕੁਛ ਨਹੀਂ ਜਾਣਦੀ, ਬਸ ਸਿਰਫ ਹੰਕਾਰ ਜਾਣਦੀ ਹੈ, ਅਵਗੁਣ ਜਾਣਦੀ ਹੈ, ਨਾਮ ਦੀ ਕਦੇ ਵੀ ਪ੍ਰਾਪਤੀ ਕਰਕੇ ਨਿਰਭਉ ਹੋਣ ਦੀ ਕੋਸ਼ਿਸ਼ ਨਹੀਂ ਕਰਦੀ ਗੀ, ਇਹ ਅਭਿਮਾਨ ਦੇ ਵਿੱਚ ਹੀ ਤੁਰੀ ਫਿਰਦੀ ਰਹਿੰਦੀ ਹੈ। ਥਾਕ ਰਹੀ ਕਿਵੇਂ ਅਪੜਾ, ਹਾਥ ਨਹੀਂ ਨਾ ਪਾਰ। ਇਸ ਰਸਤੇ 'ਤੇ ਚਲਦੀ ਹੋਈ ਭਾਵੇਂ ਇਹ ਕਹਿੰਦੀ ਹੈ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂ, ਮੈਂ ਗੁਰਦੁਆਰੇ ਵੀ ਜਾਂਦੀ ਹਾਂ, ਮੈਂ ਮੰਦਰ ਵੀ ਜਾਂਦੀ ਹਾਂ, ਮੈਂ ਫਲਾਣੇ ਧਰਮ ਸਥਾਨਾਂ 'ਤੇ ਵੀ ਜਾਂਦੀ ਹਾਂ, ਮੈਂ ਸਤਸੰਗ ਵੀ ਕਰਦੀ ਹਾਂ, ਪਰ ਫਿਰਦੀ ਅਵਗੁਣਾਂ ਦੇ ਵਿੱਚ ਹੀ ਰਹਿੰਦੀ ਹੈ, ਹੰਕਾਰ ਦੇ ਵਿੱਚ ਹੀ ਰਹਿੰਦੀ ਹੈ। ਕਹਿੰਦੇ ਵੀ ਇਹ ਥੱਕ ਜਾਂਦੀ ਹੈ ਇਸ ਤਰ੍ਹਾਂ ਨਾਲ ਤੁਰੀ ਫਿਰਦੀ।
ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹਦਾ ਹੱਥ ਕਿਤੇ ਨਹੀਂ ਪੈਂਦਾ ਗਾ, ਪਰਮਾਤਮਾ ਦੇ ਦੁਆਰੇ ਤੇ ਧਰਮ ਦੇ ਦੁਆਰੇ ਤੇ ਇਸ ਦਾ ਕਿਤੇ ਹੱਥ ਨਹੀਂ ਪੈਂਦਾ, ਨਾ ਹੀ ਇਸ ਨੂੰ ਪਾਰ ਮਿਲਦੀ ਹੈ, ਨਾ ਹੀ ਇਸ ਨੂੰ ਪਾਰ ਪੈਂਦੀ ਹੈ। ਇਹ ਕਿਸੇ ਵੀ ਕਰਮ ਦੇ ਵਿੱਚ ਕਰਦੀ ਹੈ, ਇਹ ਅਧੂਰੀ ਰਹਿੰਦੀ ਹੈ, ਪਾਰ ਇਸ ਨੂੰ ਕਦੇ ਨਹੀਂ ਮਿਲਦੀ। ਅੱਗੇ ਗੁਰੂ ਸਾਹਿਬ ਕਹਿੰਦੇ ਨਾ ਸਾਜਣ ਸੇ ਰੰਗਲੇ ਕਿਸ ਪੈ ਕਰੀ ਪੁਕਾਰ। ਕਹਿੰਦੇ ਵੀ ਪਾਰ ਇਹਨੂੰ ਕੀ ਪਵੇ, ਵੀ ਇਹ ਸੱਜਣ ਰੰਗਲੇ ਰੰਗ ਰੱਤੇ ਜਿਹੜੇ ਪਰਮਾਤਮਾ ਦੇ ਪਿਆਰੇ ਹੈ, ਪਰਮਾਤਮਾ ਹੈ, ਉਹਨਾਂ ਦੇ ਨਾਲ ਤਾਂ ਇਸ ਦਾ ਮੇਲ ਕੋਈ ਨਹੀਂ ਹੈ। ਇਹ ਮਤਲਬ ਆਪਣੀ ਮਰਜ਼ੀ ਦੇ ਵਿੱਚ ਹੀ ਆਪਣੇ ਕਰਮ ਕਰਦੀ ਫਿਰਦੀ ਹੈ, ਔਰ ਇਹ ਕਿਸ ਨੂੰ ਪੁਕਾਰ ਕਰਕੇ ਜੇ ਕਿ ਪਰਮਾਤਮਾ ਦੇ ਦੁਆਰੇ ਤੇ ਇਹਦੀ ਪੁੱਛ ਹੋਵੇ, ਇਹਦਾ ਜੋੜ ਹੋਵੇ, ਇਹਦਾ ਮਿਲਨ ਹੋਵੇ ਤਾਂ ਇਹ ਪਰਮਾਤਮਾ ਨੂੰ ਪੁਕਾਰ ਕਰੇ। ਗੁਰੂ ਸਾਹਿਬ ਕਹਿੰਦੇ ਆ ਵੀ ਭਾਈ ਨਾਨਕ ਪਿਰੋ ਪਿਰੋ ਜੇ ਕਰੀ ਮੇਲੇ ਮੇਲਣਹਾਰ। ਜੇ ਕਿਤੇ ਇਹ ਰੂਹ ਜਿਹੜੀ ਹੈ ਪਰਮਾਤਮਾ ਦੀ ਸ਼ਰਨ ਹੋ ਕੇ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰੇ ਨਾ, ਪਿਰੋ 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 ਦਾ ਮਤਲਬ ਆਵਾਜ਼ਾਂ ਮਾਰਨੀਆਂ। ਜਿਵੇਂ ਕੋਇਲ ਕੂ ਕੂ ਕਰਦੀ ਹੈ, ਕੋਇਲ ਕੂ ਕੂ ਕਰਦੀ ਹੈ, ਦਿਨ ਰਾਤ ਕੂ ਕੂ ਕਰਦੀ ਰਹਿੰਦੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਚਿੜੀਆਂ ਹੁੰਦੀਆਂ ਨਾ ਉਹ ਵੀ ਚਹਿਕਦੀਆਂ ਰਹਿੰਦੀਆਂ, ਉਹ ਪਰਮਾਤਮਾ ਦਾ ਨਾਮ ਸਿਮਰਨ ਕਰਦੀਆਂ। ਅਤੇ ਕਿਤੇ ਜੇ ਇਸ ਨਾਲ ਇਹ ਆਤਮਾ ਵੀ ਜਿਹੜੀ ਹੈ ਉਸ ਪਰਮਾਤਮਾ ਦਾ ਨਾਮ ਲਵੇ, ਪ੍ਰੀਤਮ ਪ੍ਰੀਤਮ ਕਵੇ, ਵਾਹਿਗੁਰੂ ਵਾਹਿਗੁਰੂ ਕਵੇ, ਕੁਛ ਵੀ ਨਾਮ ਰੱਖ ਕੇ ਉਸ ਦਾ ਜੋ ਉਸਨੇ ਗੁਰੂ ਤੋਂ ਲਿਆ ਹੋਇਆ ਉਸ ਦਾ ਸਿਮਰਨ ਕਰੇ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਮੇਲਣਹਾਰ ਪਰਮ ਪਿਤਾ ਪਰਮਾਤਮਾ ਨੇ ਜਿਹੜਾ ਨਾ ਇਸ ਰੂਹ ਨੂੰ ਆਪਣੇ ਨਾਲ ਮੇਲ ਲੈਂਦਾ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ। ਜਿਨ ਵਿਛੋੜੀ ਸੋ ਮੇਲ ਸੀ ਗੁਰ ਕੈ ਹੇਤ ਪਿਆਰ। ਜਿਸ ਪਰਮ ਪਿਤਾ ਪਰਮਾਤਮਾ ਨੇ ਇਸ ਰੂਹ ਨੂੰ ਆਪਣੇ ਤੋਂ ਵਿਛੋੜਿਆ ਹੋਇਆ ਹੈ, ਉਹੀ ਪਰਮ ਪਿਤਾ ਪਰਮਾਤਮਾ ਇਸ ਨੂੰ ਮੇਲ ਲਵੇਗਾ। ਪਰ ਮੇਲੇਗਾ ਕਦੋਂ? ਗੁਰੂ ਸਾਹਿਬ ਕਹਿੰਦੇ ਗੁਰ ਕੇ ਹੇਤ ਪਿਆਰ। ਜਦੋਂ ਗੁਰੂ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਾਂਗੇ, ਜਦੋਂ ਗੁਰੂ ਦੇ ਨਾਲ ਇਹ ਰੂਹ ਇੰਨਾ ਪਿਆਰ ਕਰੇਗੀ ਕਿ ਬਾਰ-ਬਾਰ ਦਿਨ ਰਾਤ ਬੇਨਤੀਆਂ ਕਰੇਗੀ, ਹੇ ਸੱਚੇ ਪਾਤਸ਼ਾਹ, ਹੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰੋ, ਮੈਨੂੰ ਮੇਲ ਲਓ, ਮੈਨੂੰ ਸੁੱਖ ਬਖਸ਼ੋ, ਮੈਨੂੰ ਖੁਸ਼ੀਆਂ ਬਖਸ਼ੋ। ਫਿਰ ਇਹ ਮੇਲ ਲਏਗਾ ਪਰਮ ਪਿਤਾ ਪਰਮਾਤਮਾ, ਔਰ ਇਸ ਸੰਸਾਰ ਦੇ ਵਿੱਚ ਬੈਠਿਆ ਹੋਇਆਂ ਵੀ ਉਸ ਨੂੰ ਖੁਸ਼ੀਆਂ ਸੁੱਖ ਪ੍ਰਾਪਤ ਹੋਣਗੇ। ਹੁਣ ਅਗਲੇ ਪੌੜੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਹੈ। ਆਓ ਆਪਾਂ ਵਿਚਾਰ ਕਰਦੇ ਹਾਂ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲਦੇ ਪਾਪੇ ਪਾਸਾਰਾ, ਪਰ ਹਰ ਪਾਪ ਪਛਾਣੈ ਆਪ, ਨਾ ਤਿਸ ਸੋਗ ਵਿਜੋਗ ਸੰਤਾਪ। ਨਰਕ ਪੜੰਤੋ ਕਿਉਂ ਰਹੈ, ਕਿਉਂ ਬੰਚੈ ਜਮ ਕਾਲ, ਕਿਉ ਆਵਣ ਜਾਣਾ ਵਿਸਰੈ, ਝੂਠ ਬੁਰਾ ਖੈ ਕਾਲ। ਮਨ ਜੰਜਾਲੀ ਵੇੜਿਆ ਪੀ ਜੰਜਾਲਾ ਮਾਏ, ਬਿਨ ਨਾਵੇ ਕਿਉਂ ਛੂਟੀਐ, ਪਾਪੇ ਪਚੈ ਪਚਾਈ। ਤੋ ਸਾਧ ਸੰਗਤ ਜੀ, ਇਸ ਬੰਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਇਹ ਮਨਮੁਖ ਬੰਦਾ ਜਿਹੜਾ ਹੈ ਨਾ, ਇਹ ਪਾਪ ਕਰਦਾ ਰਹਿੰਦਾ ਆਪਣੀ ਮਰਜ਼ੀ ਦੇ ਮੁਤਾਬਕ। ਕਦੇ ਗੁਰੂ ਦੀ ਸ਼ਰਨ ਨਹੀਂ ਹੁੰਦਾ, ਕਦੇ ਗੁਰੂ ਦੀ ਮੱਤ ਨਹੀਂ ਮੰਨਦਾ ਗਾ, ਕਦੇ ਗੁਰੂ ਦਾ ਨਾਮ ਸਿਮਰਨ ਨਹੀਂ ਕਰਦਾ। ਇਹ ਆਪਣੇ ਕਰਮ ਕਰਦਾ ਰਹਿੰਦਾ, ਆਪਣੇ ਅਨੇਕਾਂ ਕਰਮ ਕਰਦਾ ਹੈ। ਕਹਿੰਦੇ ਫਿਰ ਇਹ ਪਾਪੀ ਹੋ ਜਾਂਦਾ ਹੈ। ਅਤੇ ਪਾਪ ਬੁਰਾ ਪਾਪੀ ਕੋ ਪਿਆਰਾ। ਕਹਿੰਦੇ ਵੀ ਪਾਪ ਜਿਹੜਾ ਹੈ ਨਾ ਭਾਵੇਂ ਬੁਰਾ ਹੀ ਹੈ, ਪਰ ਇਹਨੂੰ ਨਹੀਂ ਪਤਾ ਲੱਗਦਾ ਵੀ ਇਹ ਮੈਂ ਪਾਪ ਕਰ ਰਿਹਾ, ਇਹ ਬੁਰਿਆਈ ਹੈ, ਇਹ ਮੰਦਾ ਹੈ, ਇੱਕ ਨਰਕ ਦੇ ਵਿੱਚ ਸਿੱਟੇਗਾ, ਇਹ ਮੈਨੂੰ ਦੁੱਖ ਦੇਗਾ, ਮੈਨੂੰ ਕਲੇਸ਼ ਦੇਗਾ। ਇਹ ਪਾਪੀ ਆਪਣੀ ਮਰਜ਼ੀ ਦੇ ਨਾਲ ਹੀ ਕਰਮ ਕਰੀ ਜਾਂਦਾ, ਔਰ ਇਹਨੂੰ ਬੜੇ ਪਿਆਰੇ ਲੱਗਦੇ ਆ ਇਹ ਕਰਮ। ਪਾਪ ਕਰਮ ਵੀ ਪਾਪੀ ਨੂੰ ਪਿਆਰੇ ਲੱਗਦੇ ਆ। ਗੁਰੂ ਸਾਹਿਬ ਕਹਿੰਦੇ ਆ ਪਾਪ ਲਦੇ ਪਾਪੇ ਪਸਾਰਾ। ਕਹਿੰਦੀਆਂ ਐਸੀਆਂ ਰੂਹਾਂ ਪਾਪਾਂ ਦੇ ਨਾਲ ਰੱਦੀਆਂ ਹੁੰਦੀਆਂ, ਔਰ ਹਮੇਸ਼ਾ ਹੀ ਰੋਜ਼ ਪਾਪਾਂ ਦਾ ਪਸਾਰਾ ਕਰਦੀਆਂ, ਹੋਰ ਪਾਪ ਕਰਦੀਆਂ, ਹੋਰ ਪਾਪ ਕਰਦੀਆਂ, ਔਰ ਕਰਮ ਖੱਟ ਕੇ ਮਤਲਬ ਆਪਣੀ ਜਿੰਦ ਦੇ ਉੱਤੇ ਬੋਝ ਬਣਾ ਲੈਂਦੀਆਂ, ਪੰਡ ਬੰਨ੍ਹ ਕੇ ਆਪਣੇ ਸਿਰ 'ਤੇ ਬੰਨ੍ਹ ਲੈਂਦੀਆਂ। ਹੁਣ ਗੁਰੂ ਸਾਹਿਬ ਕਹਿੰਦੇ ਆ ਪਰ ਹਰ ਪਾਪ ਪਛਾਣੇ ਆਪ। ਜੇ ਕਿਤੇ ਇਹ ਪਾਪਾਂ ਦਾ ਜੀਵਨ ਜਿਹੜਾ ਹੈ ਤਿਆਗ ਦੇਵੇ, ਪਾਪਾਂ ਨੂੰ ਤਿਆਗ ਦੇਵੇ, ਅਤੇ ਫਿਰ ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰੇ, ਭਾਵ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਨੂੰ ਬੇਨਤੀ ਕਰੇ, ਮੈਨੂੰ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਨਾਮ ਬਖਸ਼ੋ, ਮੈਨੂੰ ਸਮਝਾਓ ਕਿ ਮੈਂ ਕੌਣ ਹਾਂ, ਮੈਂ ਕਿਵੇਂ ਹਾਂ, ਮੈਂ ਕਿੱਥੇ ਆਇਆ, ਕਿਵੇਂ ਆਇਆ, ਕੀ ਲੈਣ ਆਇਆ, ਕਿੱਥੇ ਜਾਊਂਗਾ, ਕੀ ਕਰਮ ਹੈ ਮੇਰਾ, ਕੀ ਸੱਚ ਕਰਮ। ਇਹ ਪਛਾਣਨ ਦੀ ਕੋਸ਼ਿਸ਼ ਕਰੇ ਆਪਣੇ ਆਪ ਨੂੰ। ਗੁਰੂ ਸਾਹਿਬ ਕਹਿੰਦੇ ਆ ਪਾਪ ਨੂੰ ਤਿਆਗ ਦੇਵੇ, ਆਪਣੇ ਆਪ ਨੂੰ ਪਛਾਣਨ ਦੀ ਕਰੇ, ਰੂਹ ਖੋਜੇ।
इस घट को खोजो भाई, गुरु साहब ये बख्शिश करते हैं। तो इस तरह के नाल फिर गुरु साहब कहते भी उस नूं जदों ये अवस्था बनेगी ना, ये रस्ते लग जाएगा, तो फिर गुरु साहब कहते ना तिस सोग विजोग संताप, उस नूं ना तो गुरु साहब कहते हैं भी सोग होएगा, सोग भाव कोई साड़ा किसी चीज़ का नुकसान हो जाना, मतलब है भी नुकसान हो जाना तो दिल ने जलना। गुरु साहब कहते विजोग परमात्मा तो रूह का विजोग हो जाना। संताप कहते हैं कि ऐसे रोग कष्ट लग जाने जिन्हां दे नाल साडा मन जिहड़ा है रोज़ ही कष्ट पाई रखता है, दुखी रहिंदा है। गुरु साहब कहते हैं भी ऐसी रूह जिहड़ी परहर त्याग करके, परहर का मतलब त्याग, पापां नूं त्याग के अपना आप पछाणन की कोशिश करती है, उस नूं ना सोग लगता है, ना विजोग लगता है, ना संताप लगता है। रोग संताप उसनूं कदे नहीं लगते। तो पर गुरु साहब कहते हैं नरक पड़न तो क्यों रहे, क्यों बंचे जमकाल। इत्थे गुरु साहब ने हुण सानूं एक सवाल कीता है कि जे पाप करी जांदी है तां नरकां च पैवेगी, जंजालां दे विच पै जावेगी, जमकाल दे चक्कर च पै जाएगी। पर गुरु साहब कहते हैं भी रोग किवें बचे। एक सवाल करता गुरु साहब ने सानूं इत्थे, नरक पड़न तो क्यों रहे, नरक ते पैंदी पैंदी रोग किवें रह सकती है, किवें बच सकती है। तो गुरु साहब कहते क्यों बंचै जमकाल, जम दे काल तो भाव जम जिहड़ा है इस नूं जदों मृत्यु आउंदी है उदों इस दा जिहड़ा जम दा जिहड़ा कर्म हुंदा है, इस नूं सज़ा लाउणा धर्मराज द्वारा नरक दे उत्ते पहुँच के जम इस नूं नरक ते लै जांदे है, नरक दे उत्ते धर्मराज दी दुआरे दे पेश करते हैं, उत्थे इस दे कर्मां दा वही खाता खुलदा है और फिर जो इस दे कर्मां दी इस नूं सज़ा लगदी है। गुरु साहब कहंदे भी ये जम काल तो, ये जम दे काल तो किवें बच सकती है रूह। तो गुरु साहब फिर सानूं एक बख्शिश करते हैं, क्यों आवन जाना विसरै, तो क्यों ये 84 लाख जूनियां दा जिहड़ा धर्मराज सानूं दोष लाएगा कि ये किवें विसर सकता है। गुरु साहब कहते झूठा बुरा खै काल, जेड़े ये पाप कर्म है ये तो झूठ दे है, ये कूड़ दे है, ये कूड़ कीता सी ते ये तो बहुत बुरा है। खै काल, ये काल मृत्यु जिहड़ी है इस नूं खत्म कर दिंदी है रूह नूं साडी नूं। खै काल रूह साडी रूह नूं ये काल जिहड़ा है मृत्यु जिहड़ी है ये खत्म करने वाली है। ऐसी गुरु साहब बख्शिश करते हैं, भाव ये खे बना दिंदी है, सुआह बना दिंदी है साडी रूह नूं भी। रूह नूं भी कष्ट हुंदे, जिथे तन सुआह बनदा उत्थे रूह नूं भी कष्ट लगदे हैं नरक दे विच जाके जमां दे। हुण अगे गुरु साहब कहंदे आ मन जंजाली वेड़िया पी जंजाला माहे। पर ये रूहां इस संसार दे विच ऐसे ऐसे कर्म करदियां रहिंदियां कि पापां दे विच फसियां हुंदियां, जंजालां दे विच फसियां हुंदियां, रोज़ इस नूं दोष लगे रहिंदे आ, रोज़ इस नूं रोग लगे रहिंदे आ, रोज़ इस नूं तकलीफां होईयां रहिंदियां, कष्ट होए रहिंदे आ। पर ये परमात्मा दा नाम सिमरन नहीं करदा। की करदा है कि जंजाल दे उत्ते जंजाल होर पाप इकट्ठे करके, होर जाल अपने गल दे फांसी पा के ते ये इकट्ठे करता रहिंदा। पर गुरु साहब कहंदे आ मन जंजाली वेड़िया, ये मन जंजालां दे विच ग्रस्त होया पिया, होर जंजाल इकट्ठे करता रहिंदा है। ते गुरु साहब कहंदे आ बिन नावै क्यों छूटी है पापे पचै पचाहे। नाम तो बिना ये रूह किवें छुट सकती है। कहंदे भी ये नाम तो बिना जिहड़ी है ना ये रूह का कोई कल्याण नहीं है, नाम तो बिना इस रूह का कोई सहारा नहीं है, ये नाम तो बिना इस रूह का कोई मालिक नहीं है, नाम तो बिना इस रूह का कोई ठिकाना नहीं है। तो कहते ये पचै पापे पचै पचाहे, ये पाप दे विच ही पचदी रहिंदी है, पाप दे विच ही गलतान हो के ग्रस्त हो के मिट्टी बन जाती है, सुआह बन जाती है, खे बन जाती है। ये गुरु साहब बख्शिश करते हैं। हुण अगे अगले बंद दे विच फिर गुरु साहब बख्शिश करते हैं, फिर फाही फासे कौआ, फिर पछताना अब क्या हुआ, फाथा चोग चुगे नहीं बूझै, सतगुर मिले त आखी सूझै। जो मछली फाथी जम जाल, बिन गुर दाते मुक्त न पाल। फिर आवे फिर जाए, एक रंग रचै रहै लिवलाए, इव छूटै फिर फास न पाए, इव छूटै फिर फास न पाए। वाहिगुरू
तो साध संगत जी इस पंध दे विच हुण गुरु साहब सानू फिर अगे बख्शिश करते हैं, फिर फाही फासे कौआ। ये रूह जिहड़ी है पाप कर्म करदी होई बारी बारी ये फसदी रहिंदी है। किवें जंजालां दे विच फसदी है, जिवें कौआ जिहड़ा है ना बार बार गंदगी दे उत्ते आके बैठदा है, गंदगी ठुंगा मारदा है, गंदे कर्म करदा है और बार बार कर्म ऐसे ही करदा कौआ। इस तरह ये रूह भी साडी जिहड़ी है ना जो पाप कर्म करदी है, बार बार पाप कर्म करदी हुई ये फिर के मुड़ के ये ही फसदी है। फिर पछताना अब क्या हुआ, कहंदे भी जदों ये कर्म वरत जांदा, जदों जम जिहड़ा है इस नूं लिजा के नरक दे विच सिੱਟ दिंदा है, इत्थे इस नूं तसीहे बड़े सख्त कीमा कीता जाता है, तत्ते थम्मां दे नाल लाया जाता और इन्ने तेल दे कड़ाहियां तत्तियां कड़ाहियां दे विच इस नूं सिੱਟ दिता जाता। फिर इस रूह नूं जिहड़ा है ये पछताना हुंदा कि फिर पछताया, ये रूह फिर पछताउंदी है। कहंदे भी अब क्या हुआ, ये की हो गया, ये की हो गया मेरे नाल, ये की हो गया, फिर ये रूह पछताउंदी है। पर गुरु साहब कहंदे है फाथा चोग चुगे नहीं बूझै। इस तरह के नाल ये जीव जिहड़ा है ना फिर ऐसे कर्मां दे दोषां दे तसीहां दे विच फसिया होया, जाल दे विच फसिया होया। कहंदे भी चोग भी नहीं चुगदा, इहनूं जे चोग भी पा दईए ना असीं, इसनूं भोजन भी दे दईए, इसनूं रोटी पानी दे दईए, दाना दे दईए, खाना पीना दे दईए, कहंदे इहनूं वो भी चंगा नहीं लगदा, ये कदे नहीं बुझ चुगदा, चोग नहीं चुगदा गा, इहदा जी नहीं करदा गा, ते ना ही ये परमात्मा नूं कदे बुझ सकदा है, ना ये परमात्मा नूं बुझदा, क्योंकि इसका मन जिहड़ा इन्ना उचाट हो जाता कि इहदा रोटी खाण नूं, इहदा दाना पीना खाण नूं, इहदा चोग चुगण नूं भी जी नहीं करदा। सतगुर मिले तां आखी सुझै। जे किते परमात्मा की किरपा होवे ते सतगुरु मिल जावे, ते सतगुरु जो वचन कहंदा है ते जे किते वो मन लवे ते वो इस नूं उस परम पिता परमात्मा की सूझ आ जाती है, उस दे परम पिता परमात्मा के गुणां की सूझ आ जाती है, परम पिता परमात्मा के धर्म की सूझ आ जाती है। गुरु साहब ये कहंदे है ज्यों मछली फाथी जम जाल। गुरु साहब कहंदे है ज्यों माछी फाथी जम जाल, ਇਹਦਾ ਇਹ हाल ही हुंदा जिवें मछली जिहड़ी है ना जाल दे विच, मछुआरे दे जाल दे विच फस जाती है, इवें तिकर ये रूह जिहड़ी है जम दे जाल विच फस जाती है। तो गुरु साहब कहंदे बिन गुर दाते मुक्त ना भाल। हे गुरमुख प्यारी रूह, बिना गुरु दे गुरबिन ज्ञान ना होए, सतगुर की सेवा सफल है जे को करे चित लाए। ते बिन गुर दाते, कहते भी बिना गुरु दे दाते, जो दाता है मुक्त देन वाला है, उस दी भाल दे बिना, उस दे मिलन दे बिना कदे भी ये रूह जिहड़ी है मुक्त नहीं हो सकती। फिर आवे फिर जाए। ये रूह जिहड़ी है गुरु तो नाम तो वांझी जिहड़ी है, नाम तो बिना जिहड़ी है, गुरु साहब कहंदे भी ये बार बार आउंदी है, जमदी है, मरदी है, फिर जमदी है, मरदी है, इहनूं 84 ਲੱਖ ਜੂਨੀਆਂ ਦਾ भोग लग जाता है और इस तरह के नाल फिर ये आउंदी जांदी रहिंदी है संसार दे उत्ते। इसका कदे भी ये जिहड़ा दोष जिहड़ा है 84 ਲੱਖ ਜੂਨੀਆਂ ਦਾ एक नहीं घटदा। घटदा कदों है जदों गुरु की किरपा हो जाए तो ये रूह परमपिता परमात्मा के रंग दे विच रंगी जाए, परमपिता परमात्मा के नाम का सिमरन करे, तो फिर गुरु साहब कहते हैं भाई उदों ये लिव जिहड़ी परमात्मा नाल जुड़ जाती है ना, उदों गुरु की किरपा होएगी कि ये जम दे फास तो जिहड़ी है ये छुट जाएगी ये रूह। हुण गुरु साहब कहते हैं एक रंग रचै रहे लिव लाए। सानू ये दस रहे हैं गुरु साहब कि ये रूह जे एक परमपिता परमात्मा के रंग दे विच रच जाए, परमात्मा का नाम सिमरन करती हुई उहदे चरनां दे विच लिव ला लवे, सुरती जोड़ लवे, तो फिर गुरु साहब कहते इस तरह के नाल ये विछूटा है, फिर फास ना पाए। इस तरह नाल ये रूह जिहड़ी है छुट सकती है। तो गुरु साहब कहते फिर ये फास कदे भी, फांसी जिहड़ी है इसनूं जमां दी फांसी कदे नहीं लगती, जमां दे तसीहे जिहड़े है इहनूं कदे नहीं लगते। अगे गुरु साहब ये बख्शिश कर रहे हैं, वीरा वीरा कर रही वीर भये बैराए, वीर चले घर अपने बहन बिरह जल जाए। बाबुल के कर बेटड़ी बाली बालै ने, जे लोड़े वर कामणी सतगुर सेवै ते। बिरलो ज्ञानी बूझणो
सतगुर साच मिले। ठाकुर हाथ वडाइयाँ जय पावै तैदी। ठाकुर हाथ वडाइयाँ जय पावै तैदी। बाणी बिरलो विचारसी जे को गुरमुख होए। ए बाणी महापुरख की निज कर वासा होए। ए बाणी महापुरख की निज कर वासा होए। तो साध संगत जी इस बंद दे विच हुण गुरु साहब बख्शिश कर रहे हैं भाई ये रूह जिहड़ी है ना ये रूह नूं ये रूह दे दुश्मन ही दूत जिहड़े है ਚੱਕਰ ਦੇ ਵਿੱਚ ਫਸਾ ਲੈਂਦੇ ਆ ਭਰੇਖੇ ਦੇ ਵਿੱਚ ਫਸਾ ਲੈਂਦੇ ਆ। ਇਹ ਰੂਹ ਨੂੰ ਐਂ ਲੱਗਦਾ ਕਿ ਇਹ ਕਾਮ ਕ੍ਰੋਧ ਮੇਰੇ ਜਿਹੜੇ ਆ ਸਹਾਈ ਹੈ ਤੇ ਇਹ ਇਹਨਾਂ ਨੂੰ ਵੀਰ ਕਹਿੰਦੀ ਹੈ ਤੇ ਕਹਿੰਦੀ ਵੀ ਇਹ ਵੀਰਾ ਵੀਰਾ ਕਰ ਜਦੋਂ ਜਮਾਂ ਦਾ ਦੋਸ਼ ਆਇਆ ਜਿਵੇਂ ਇਸ ਨੂੰ ਸਜ਼ਾ ਲੱਗਣ ਲੱਗੀ ਤੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਵੀਰ ਜਿਹੜੇ ਸੀ ਨਾ ਪੰਜ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤਾਂ ਭੱਜ ਗਏ ਖਾ ਪੀ ਕੇ ਪਰ ਰੂਹ ਨੂੰ ਫਾਂਸੀ ਲੱਗ ਗਈ। ਵੀਰਾ ਵੀਰਾ ਕਰ ਰਹੀ ਕਹਿੰਦੀ ਉਹਨਾਂ ਨੂੰ ਆਵਾਜ਼ਾਂ ਮਾਰਦੀ ਹੈ ਆ ਜਾਓ ਆ ਜਾਓ ਆ ਜਾਓ। ਕਾਮ ਜਿਹੜੇ ਭੱਜ ਜਾਂਦੇ ਆ ਜਦੋਂ ਪਰਮਾਤਮਾ ਦਾ ਕਿਰਪਾ ਹੁੰਦੀ ਹੈ ਤੇ ਦੋਸ਼ ਲੱਗਦੇ ਆ ਇਸ ਰੂਹ ਨੂੰ। ਜਦੋਂ ਇਸ ਰੂਹ ਦੇ ਕਰਮਾਂ ਦਾ ਹਿਸਾਬ ਹੁੰਦਾ ਹੈ ਉਦੋਂ ਪੰਜ ਦੂਤ ਤਾਂ ਭੱਜ ਜਾਂਦੇ ਆ ਇਹ ਰੂਹ ਫਸ ਜਾਂਦੀ ਹੈ। ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਵੀਰ ਜਿਹੜੇ ਬਣਾਏ ਸੀ ਇਹ ਵੀ ਦੂਰ ਹੋ ਗਏ ਦੁਸ਼ਮਣ ਬਣ ਗਏ। ਤੇ ਫਿਰ ਵੀਰ ਚਲੇ ਘਰੇ ਆਪਣੇ ਵੀਰ ਤਾਂ ਆਪਣੇ ਘਰ ਚਲੇ ਗਏ ਖਾ ਪੀ ਕੇ ਮौज ਉਡਾਈ ਔਰ ਚਲੇ ਗਏ। ਅੱਗੇ ਬਹਿਣ ਬਿਰਹਿ ਜਲ ਜਾਏ ਜਿਹੜੀ ਬਹਿਣ ਭਾਵ ਰੂਹ ਜਿਹੜੀ ਸੀ ਉਹ ਬਿਰਹਿ ਦੇ ਵਿੱਚ ਭਾਵ ਮਤਲਬ ਹੈ ਵੀ ਪਰਮਾਤਮਾ ਤੋਂ ਵਿਛੋੜਾ ਪਾ ਕੇ ਉਹ ਉਸ ਦੇ ਵਿੱਚ ਜਲ ਗਈ ਆ। ਉਸ ਨੂੰ ਐਸੇ ਦੋਸ਼ ਕਰਮ ਲੱਗੇ ਆ ਉਸ ਦੇ ਕਰਮ ਜਿਹੜੇ ਆ ਉਹ ਅਵਗੁਣ ਸੀ ਜਿਹੜੇ ਉਹਨਾਂ ਦਾ ਦੋਸ਼ ਐਸਾ ਲੱਗਿਆ ਕਿ ਉਹ ਰੂਹ ਜਿਹੜੀ ਹੈ ਉਸ ਨੂੰ ਕਸ਼ਟ ਹੋ ਰਿਹਾ ਜਲ ਰਹੀ ਹੈ। ਗੁਰੂ ਸਾਹਿਬ ਕੀ ਕਹਿੰਦੇ ਆ ਬਾਬਲ ਕੇ ਕਰ ਬੇਟੜੀ ਬਾਲੀ ਬਾਲੈ ਨੇ। ਇਸ ਮਾਤ ਲੋਕ ਦੇ ਵਿੱਚ ਇਹ ਰੂਹ ਜਦੋਂ ਆਉਂਦੀ ਹੈ ਨਾ ਤੇ ਬਾਬਲ ਦੇ ਘਰ ਬੇਟੀ ਬਣ ਕੇ ਆਉਂਦੀ ਹੈ ਤੇ ਇਹ ਬਾਲੀ ਜਿਹੜੀ ਹੈ ਇਹ ਕਾਮਨ ਜਿਹੜੀ ਹੈ ਇਹ ਆਪਣੇ ਪ੍ਰੀਤਮ ਨਾਲ ਨੇਹ ਕਰਦੀ ਹੈ ਪਿਆਰ ਕਰਦੀ ਹੈ। ਜੇ ਲੋੜੇ ਵਰ ਕਾਮਣੀ ਸਤਿਗੁਰ ਸੇਵੈ ਤੇ ਜੇ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਵਰ ਲੋੜਦੀ ਹੈ ਤਾਂ ਇਹ ਪ੍ਰਮਾਤਮਾ ਨੂੰ ਸੇਵਨ ਕਰੇ। ਜੇ ਲੋੜੇ ਵਰ ਕਾਮਣੀ ਜੇ ਰੂਹ ਜਿਹੜੀ ਹੈ ਨਾ ਇਸਤਰੀ ਵਰ ਪ੍ਰਾਪਤ ਕਰਨਾ ਚਾਹੁੰਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਸਤਿਗੁਰ ਦੀ ਸੇਵਾ ਕਰੇ। ਸਤਿਗੁਰ ਸੇਵੇ ਤੇ ਸਤਿਗੁਰ ਦਾ ਸਿਮਰਨ ਕਰੇ ਸਤਿਗੁਰ ਦਾ ਨਾਮ ਜਪੇ ਸਤਿਗੁਰੂ ਨੂੰ ਯਾਦ ਕਰੇ ਸਤਿਗੁਰੂ ਨੂੰ ਬੇਨਤੀਆਂ ਕਰੇ ਅਰਦਾਸਾਂ ਕਰੇ ਤੇ ਫਿਰ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ। ਤੇ ਗੁਰੂ ਸਾਹਿਬ ਕਹਿੰਦੇ ਬਿਰਲੋ ਗਿਆਨੀ ਬੂਝਣੋ ਸਤਿਗੁਰ ਸਾਚ ਮਿਲੇ। ਤੇ ਐਸੇ ਕਰਮ ਨੂੰ ਕੋਈ ਵਿਰਲਾ ਹੀ ਗਿਆਨੀ ਰੂਹ ਹੈ ਜਿਹੜੀ ਕਿ ਬੁੱਝਦੀ ਹੈ। ਤੇ ਜੇ ਇਹ ਗਿਆਨੀ ਰੂਹ ਇਸ ਤਰ੍ਹਾਂ ਦੇ ਨਾਲ ਪ੍ਰਮਾਤਮਾ ਦੀ ਸ਼ਰਨ ਹੋ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਪ੍ਰਮਾਤਮਾ ਦਾ ਸਿਮਰਨ ਕਰਦੀ ਹੋਈ ਪ੍ਰਮਾਤਮਾ ਦੀ ਸਿਮਰਨਾ ਕਰੇ ਵਾਹਿਗੁਰੂ ਵਾਹਿਗੁਰੂ ਕਰੇ ਨਾਮ ਸਿਮਰਨ ਕਰੇ ਚੰਗੇ ਗੁਣਾਂ ਦੀ ਪ੍ਰਾਪਤੀ ਕਰੇ ਅਵਗੁਣਾਂ ਦਾ ਨਾਸ਼ ਕਰੇ ਕੂੜ ਨੂੰ ਛੱਡੇ ਸੱਚ ਦੀ ਧਾਰਨਾ ਕਰੇ ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਇਹ ਗੁਰਮੁਖ ਹੋ ਜਾਂਦੀ ਹੈ ਇਹ ਗੁਰੂ ਦੀ ਪਿਆਰੀ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਬਾਣੀ ਜਿਹੜੀ ਹੈ ਨਾ ਇਹ ਬਾਣੀ ਇੱਕ ਐਸੀ ਹੈ ਵਾਹਿਗੁਰੂ ਨਾਮ ਸ਼ਬਦ ਦੀ ਬਾਣੀ ਨਾਮ ਸ਼ਬਦ ਜਿਹੜਾ ਇੱਕ ਐਸੀ ਬਾਣੀ ਹੈ ਸ਼ਬਦ ਬਾਣੀ ਹੈ ਇਹ ਠਾਕੁਰ ਪਰਮ ਪਿਤਾ ਪਰਮਾਤਮਾ ਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਇਹ ਠਾਕੁਰ ਹਾਥ ਵਡਾਈਆਂ ਜੈ ਭਾਵੈ ਤੇ ਦੇ। ਇਹ ਠਾਕੁਰ ਦੇ ਹੱਥ ਹੀ ਹੈ ਕਿ ਜਿਸ ਨੂੰ ਨਾਮ ਸਿਮਰਨ ਕਰਵਾਵੇ ਜਿਸ ਨੂੰ ਜਾਪ ਜਪਾਵੇ ਜਿਸ ਨੂੰ ਬਖਸ਼ਾਂ ਦੇਵੇ ਉਸ ਪਰਮ ਪਿਤਾ ਪਰਮਾਤਮਾ ਦੀ ਆਪਣੀ ਮਰਜ਼ੀ ਹੈ। ਤੇ ਇਸ ਬਾਣੀ ਨੂੰ ਕੋਈ ਵਿਰਲੀ ਰੂਹ ਹੀ ਗੁਰਮੁਖ ਹੋ ਕੇ ਇਸ ਨੂੰ ਬੁੱਝ ਸਕਦੀ ਹੈ ਜਾਣ ਸਕਦੀ ਹੈ ਇਸ ਤੋਂ ਲਾਹਾ ਲੈ ਸਕਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਇਹ ਬਾਣੀ ਜਿਹੜੀ ਹੈ ਮਹਾਂਪੁਰਖ ਦੀ ਹੈ ਭਾਵ ਮਹਾਂਪੁਰਖ ਭਾਵ ਸੰਸਾਰ ਦਾ ਕਰਤਾ ਅਕਾਲ ਪੁਰਖ ਅੰਤਰਜਾਮੀ ਜਿਸ ਨੂੰ ਅਸੀਂ ਵਾਹਿਗੁਰੂ ਕਹਿੰਦੇ ਹਾਂ। ਇਹ ਬਾਣੀ ਜਿਹੜੀ ਹੈ ਨਾ ਸ਼ਬਦ ਬਾਣੀ ਜਿਸ ਨੂੰ ਅਸੀਂ ਨਾਮ ਸਿਮਰਨ ਕਹਿੰਦੇ ਹਾਂ ਜਦੋਂ ਨਾਮ ਸਿਮਰਨ ਕਰਦੇ ਹਾਂ ਨਾ ਇਹ ਬਾਣੀ ਜਿਹੜੀ ਹੈ ਅਕਾਲ ਪੁਰਖ ਦੀ ਹੈ ਨਿਜ ਗੁਰੂ ਦੀ ਕਿਰਪਾ ਨਾਲ
ਇਹ ਜਦੋਂ ਬਾਣੀ ਅਸੀਂ ਸਿਮਰਨ ਕਰਦੇ ਹਾਂ ਤੇ ਸਾਡਾ ਨਿੱਜ ਘਰ ਦੇ ਵਿੱਚ, ਕਿਉਂਕਿ ਸਾਡੀ ਰੂਹ ਉਸ ਪਰਮ ਪਿਤਾ ਪਰਮਾਤਮਾ ਨੇ ਨਾਮ ਸਿਮਰਨ ਕਰਨ ਵਾਸਤੇ ਇਹ ਮਾਤਲੋਕ ਦੇ ਵਿੱਚ ਭੇਜੀ ਹੈ। ਔਰ ਜਦੋਂ ਇਹ ਨਾਮ ਸਿਮਰਨ ਕਰਦੀ ਹੈ, ਬਾਣੀ ਦਾ ਸਹਾਰਾ ਲੈਂਦੀ ਹੈ, ਬਾਣੀ ਨਾਲ ਪਿਆਰ ਕਰਦੀ ਹੈ, ਔਰ ਬਾਣੀ ਦੀ ਐਸੀ ਬਖਸ਼ਿਸ਼ ਹੁੰਦੀ ਹੈ ਕਿ ਬਾਣੀ ਜਿਹੜੀ ਹੈ ਧੁਰ ਤੋਂ ਆਈ ਹੈ, ਅਕਾਲ ਪੁਰਖ ਤੋਂ ਆਈ ਹੈ, ਇਹ ਅਕਾਲ ਪੁਰਖ ਤੱਕਰ ਹੀ ਸਾਡੀ ਰੂਹ ਨੂੰ ਲੈ ਕੇ ਜਾਂਦੀ ਹੈ। ਜਿਹੜੀ ਵੀ ਰੂਹ ਇਸ ਦਾ ਨਾਮ ਦਾ ਸਿਮਰਨ ਕਰਦੀ ਹੈ ਉਸ ਨੂੰ ਇਹ ਅਕਾਲ ਪੁਰਖ ਤੱਕਰ ਲੈ ਜਾਂਦੀ ਹੈ ਔਰ ਅਕਾਲ ਪੁਰਖ ਦੇ ਦਰਸ਼ਦਾਰੇ ਕਰਵਾਉਂਦੀ ਹੈ, ਸੱਚਖੰਡ ਦਾ ਵਾਸਾ ਕਰਵਾਉਂਦੀ ਹੈ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਭਾਵ ਸੱਚਖੰਡ ਦੇ ਵਿੱਚ ਇਸ ਰੂਹ ਦਾ ਵਾਸਾ ਹੋ ਜਾਂਦਾ। ਫਿਰ ਇਸ ਦਾ ਆਵਾਗਮਨ ਜਿਹੜਾ 84 ਲੱਖ ਜੂਨੀਆਂ ਦਾ ਉਹ ਕੱਟਿਆ ਜਾਂਦਾ ਹੈ। ਇਹ ਪਰਮ ਪਿਤਾ ਪਰਮਾਤਮਾ ਦੇ ਦਰਸ਼ਦਾਰੇ ਕਰਦੀ ਹੋਈ ਉੱਥੇ ਨਾਮ ਸਿਮਰਨ ਕਰਦੀ ਹੈ। ਸੱਚਖੰਡ ਦੇ ਉੱਤੇ ਆਸਣ ਮਿਲਦਾ ਹੈ, ਇਸ ਨੂੰ ਉੱਥੇ ਬੈਠ ਕੇ ਇਹ ਪਰਮਾਤਮਾ ਦੇ ਦਰਸ਼ਦਾਰੇ ਕਰਦੀ ਰਹਿੰਦੀ ਹੈ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।